ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਧਰਮ ਜਾਂ ਮਜ਼ਹਬ ਭਾਗ ਚੌਥਾ। ਪਹਿਲੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ, ਹੁਕਮ ਪਿਆ ਗਰਬਾਸ ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ। ਖਸਮ ਸੇਤੀ ਅਰਦਾਸ, ਖਸਮ ਸੇਤੀ ਅਰਦਾਸ ਵਖਾਣੈ ਉਰਦ ਧਿਆਨ ਲਿਵ ਲਾਗਾ। ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈਂ ਤੁਮ ਰਾਖਣ ਹਾਰੇ। ਉੱਪਰਲੇ ਗੁਰਬਾਣੀ ਦੇ ਫੁਰਮਾਨ ਅਨੁਸਾਰ ਜੀਵ ਮਾਂ ਦੇ ਪੇਟ ਵਿੱਚ ਕੁਆਥੜੇ ਥਾਂ ਉਲਟਾ ਲਟਕਿਆ ਹੁੰਦਾ ਹੈ। ਆਪਣੇ ਪਿਛਲੇ ਕਰਮਾਂ ਦਾ ਪਛਤਾਤਾਪ ਕਰਦਿਆਂ ਆਪਣੇ ਅਕਾਲ ਪੁਰਖ ਅੱਗੇ ਅਣਜਾਣੇ ਸਹਿਜ ਸੁਭਾਏ ਅਰਦਾਸ ਕਰਦਾ ਹੈ। ਇਸ ਤਰ੍ਹਾਂ ਜੀਵ ਸਿਮਰਨ ਕਰਦਾ ਹੋਇਆ ਪ੍ਰਭੂ ਚਰਨਾਂ ਵਿੱਚ ਲਿਵਲੀਨ ਹੁੰਦਾ ਹੈ ਅਤੇ ਗਰਭ ਦੀ ਅਗਨੀ ਤੋਂ ਬਚਿਆ ਰਹਿੰਦਾ ਹੈ। ਜਦ ਜੀਵ ਦਾ ਜਨਮ ਹੁੰਦਾ ਹੈ ਤਾਂ ਲਿਵ ਟੁੱਟ ਜਾਣ ਕਾਰਨ ਉਸ ਉੱਤੇ ਇਸ ਮਾਇਕੀ ਮੰਡਲ ਦੀਆਂ ਮਲੀਨ ਕਿਰਨਾਂ ਅਤੇ ਵਾਤਾਵਰਣ ਦਾ ਅਸਰ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਤਰ੍ਹਾਂ ਜਿਉਂ-ਜਿਉਂ ਮਾਇਕੀ ਪ੍ਰਭਾਵ ਦਾ ਅਸਰ ਵੱਧਦਾ ਜਾਂਦਾ ਹੈ, ਤਿਉਂ-ਤਿਉਂ ਉਹ ਹੋਰ ਵੀ ਸਿਆਣਾ ਹੁੰਦਾ ਜਾਂਦਾ ਹੈ ਅਤੇ ਉਸ ਦੇ ਮਨ ਵਿੱਚ ਹਉਮੈ ਵੀ ਪ੍ਰਬਲ ਹੁੰਦੀ ਜਾਂਦੀ ਹੈ। ਗੁਰਬਾਣੀ ਵਿੱਚ ਇਸ ਸੱਚਾਈ ਨੂੰ ਇਉਂ ਦਰਸਾਇਆ ਗਿਆ ਹੈ। ਲਿਵ ਛੁੜਕੀ ਲਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਵ ਦੂਜਾ ਲਾਇਆ। ਦੂਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਵਿਸਰ ਗਿਆ ਧਿਆਨ। ਜੋਨ ਛਾੜ ਜਾਓ ਜਗ ਮੈਂ ਆਇਓ ਲਾਗਤ ਪਵਨ ਖਸਮ ਬਿਸਰਾਇਓ। ਇਸ ਮਾਇਕੀ ਭਰਮ ਭੁਲਾਵੇ ਵਿੱਚੋਂ ਉਪਜੀ ਮੈਂ ਮੇਰੀ ਦੇ ਵਾਤਾਵਰਣ ਵਿੱਚ ਜੀਵ ਜਿਉਂ-ਜਿਉਂ ਗਲਤਾਨ ਹੁੰਦਾ ਜਾਂਦਾ ਹੈ, ਤਿਉਂ-ਤਿਉਂ ਉਸ ਦੇ ਧੁਰੋਂ ਅੰਤਰ ਆਤਮੇ ਨਾਲ ਲਿਖੀ ਪ੍ਰੀਤ ਡੋਰੀ ਦੀ ਖਿੱਚ ਘਟਦੀ ਜਾਂਦੀ ਹੈ ਅਤੇ ਉਹ ਆਪਣੇ ਕੇਂਦਰ ਅਕਾਲ ਪੁਰਖ ਦੀਆਂ ਦਾਤਾਂ ਅਤੇ ਦੈਵੀ ਗੁਣਾਂ ਤੋਂ ਵਾਂਝਾ ਹੁੰਦਾ ਜਾਂਦਾ ਹੈ। ਇਸ ਤਰ੍ਹਾਂ ਉਹ ਆਪਣੇ ਨਾਲ ਲਿਖੇ ਹੁਕਮ ਰੂਪੀ ਧਰਮ ਤੋਂ ਅਣਜਾਣ ਹੋ ਕੇ ਰੱਬੀਅਤ ਤੋਂ ਵੀ ਬੇਮੁਖ ਅਤੇ ਮੁਨਕਰ ਹੁੰਦਾ ਜਾਂਦਾ ਹੈ। ਇੱਥੇ ਇੱਕ ਹੋਰ ਨੁਕਤਾ ਸਮਝਣਾ ਜ਼ਰੂਰੀ ਹੈ ਕਿ ਜੋ ਵੀ ਜੀਵ ਸੰਸਾਰ ਵਿੱਚ ਆਉਂਦਾ ਹੈ, ਭਾਵੇਂ ਉਹ ਕਿਸੇ ਵੀ ਧਰਮ, ਦੇਸ਼ ਜਾਂ ਨਸਲ ਦਾ ਹੋਵੇ, ਉਹ ਮਾਤਾ ਦੇ ਗਰਭ ਵਿੱਚ ਪ੍ਰੇਮ ਲਿਵ ਦਾ ਅਟੁੱਟ ਰਸ ਮਾਣ ਕੇ ਆਉਂਦਾ ਹੈ। ਇਹ ਪ੍ਰੇਮ ਅਨੁਭਵ ਹਮੇਸ਼ਾ ਬੱਚੇ ਦੇ ਅੰਤਰ ਆਤਮੇ ਬੀਜ ਦੇ ਰੂਪ ਵਿੱਚ ਪਿਆ ਰਹਿੰਦਾ ਹੈ। ਇਸ ਪ੍ਰੇਮ ਲਿਵ ਦਾ ਪ੍ਰਭਾਵ ਬੱਚੇ ਦੇ ਖਿੜੇ ਹੋਏ ਚਿਹਰੇ ਅਤੇ ਮਾਸੂਮੀਅਤ ਭਰੇ ਸੁਭਾਅ ਵਿੱਚ ਪ੍ਰਗਟ ਹੁੰਦਾ ਹੈ। ਸਾਰੇ ਹੀ ਬੱਚੇ ਵੇਖਣ ਵਿੱਚ ਪਿਆਰੇ ਲੱਗਦੇ ਹਨ। ਦੇਖਣ ਵਿੱਚ ਆਇਆ ਹੈ ਕਿ ਬਹੁਤ ਛੋਟਾ ਬੱਚਾ ਵੀ ਪ੍ਰੇਮ ਨੂੰ ਮਹਿਸੂਸ ਕਰਦਾ ਅਤੇ ਜਵਾਬ ਵਿੱਚ ਪਿਆਰ ਕਰਦਾ ਹੈ। ਮੁਸਕਰਾ ਕੇ ਉਸ ਵੱਲ ਤੱਕੋ ਤਾਂ ਅੱਗੋਂ ਉਹ ਵੀ ਮੁਸਕਰਾਉਂਦਾ ਹੈ। ਪਿਛਲੇ ਜਨਮ ਦੀ ਕਮਾਈ ਅਨੁਸਾਰ ਹਰ ਇੱਕ ਬੱਚੇ ਦਾ ਬਚਪਨ ਵਿੱਚ ਅਲੱਗ-ਅਲੱਗ ਸੁਭਾਅ ਹੁੰਦਾ ਹੈ। ਕਈ ਤਾਂ ਬਾਬਾ ਬੁੱਢਾ ਜੀ ਵਾਂਗੂ ਬਚਪਨ ਵਿੱਚ ਵੀ ਆਤਮਿਕ ਪੱਧਰ ਦੀਆਂ ਗੱਲਾਂ ਕਰਨ ਲੱਗ ਪੈਂਦੇ ਹਨ। ਭੱਟ ਵਿਦਵਾਨਾਂ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਪ੍ਰਤੀ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਇਸੇ ਕਰਕੇ ਕਿਹਾ ਜਾਂਦਾ ਹੈ ਕਿ ਬੱਚਾ ਰੱਬ ਦੇ ਬਹੁਤ ਨਜ਼ਦੀਕ ਹੁੰਦਾ ਹੈ। ਪਰ ਜੇ ਬੱਚੇ ਨੂੰ ਠੀਕ ਆਤਮਿਕ ਮਾਹੌਲ ਨਾ ਮਿਲੇ ਤਾਂ ਮਾਇਆ ਦੇ ਪ੍ਰਭਾਵ ਵਿੱਚ ਇਹ ਇਲਾਹੀ ਬਖਸ਼ਿਸ਼ ਸਹਿਜੇ ਸਹਿਜੇ ਗਵਾਚ ਜਾਂਦੀ ਹੈ। ਉਹ ਜਿਹੜਾ ਮਾਤਾ ਦੇ ਗਰਭ ਵਿੱਚ ਪ੍ਰੇਮ ਲਿਵ ਦਾ ਅਟੁੱਟ ਰਸ ਮਾਣ ਕੇ ਆਇਆ ਸੀ ਬੱਚਾ, ਅਤੇ ਇਹ ਪ੍ਰੇਮ ਅਨੁਭਵ ਉਸ ਦੇ ਅੰਤਰ ਆਤਮੇ ਬੀਜ ਦੇ ਰੂਪ ਵਿੱਚ ਪਿਆ ਸੀ। ਜੇ ਬੱਚੇ ਨੂੰ ਠੀਕ ਆਤਮਿਕ ਮਾਹੌਲ ਨਾ ਮਿਲੇ ਤਾਂ ਮਾਇਆ ਦੇ ਪ੍ਰਭਾਵ ਵਿੱਚ ਇਹ ਇਲਾਹੀ ਬਖਸ਼ਿਸ਼ ਸਹਿਜੇ ਸਹਿਜੇ ਗਵਾਚ ਜਾਂਦੀ ਹੈ। ਦੂਸਰੇ ਪਾਸੇ ਜੇ ਬੱਚੇ ਨੂੰ ਆਤਮਿਕ ਮਾਹੌਲ ਰੂਪੀ ਵੱਤਰ ਧਰਤੀ ਮਿਲ ਜਾਏ ਤਾਂ ਮਾਤਾ ਦੇ ਗਰਭ ਵਿੱਚ ਅਨੁਭਵ ਕੀਤੀ ਹੋਈ ਬੀਜ ਰੂਪ ਪ੍ਰੇਮ ਲਿਵ ਛੇਤੀ ਹੀ ਬੱਚੇ ਨੂੰ
ਪ੍ਰਭੂ ਪ੍ਰੇਮ ਵਿੱਚ ਪ੍ਰਫੁੱਲਤ ਕਰਕੇ ਮਾਇਕੀ ਭਵਸਾਗਰ ਦੇ ਵਿਕਾਰੀ ਝਖੜਾ ਤੋਂ ਬਚਾਉਂਦੀ ਹੋਈ ਪਰਮ ਪਦ ਰੂਪੀ ਫਲ ਤੱਕ ਪਹੁੰਚਾ ਸਕਦੀ ਹੈ। ਹਾਂਜੀ, ਜੇ ਬੱਚੇ ਨੂੰ ਆਤਮਿਕ ਮਾਹੌਲ ਰੂਪੀ ਵੱਤਰ ਧਰਤੀ ਮਿਲ ਜਾਏ ਤਾਂ ਇਹੀ ਬੀਜ ਰੂਪ ਪ੍ਰੇਮ ਲਿਵ ਛੇਤੀ ਹੀ ਬੱਚੇ ਨੂੰ ਪ੍ਰਭੂ ਪ੍ਰੇਮ ਵਿੱਚ ਪ੍ਰਫੁੱਲਤ ਕਰਕੇ ਮਾਇਕੀ ਭਵਸਾਗਰ ਦੇ ਵਿਕਾਰੀ ਝਖੜਾਂ ਤੋਂ ਬਚਾਉਂਦੀ ਹੋਈ ਪਰਮ ਪਦ ਰੂਪੀ ਫਲ ਤੱਕ ਪਹੁੰਚਾ ਸਕਦੀ ਹੈ। ਧਰੂ, ਪ੍ਰਹਿਲਾਦ, ਭਗਤ ਫਰੀਦ ਜੀ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਇਸ ਹਕੀਕਤ ਦੀਆਂ ਪ੍ਰਤੱਖ ਮਿਸਾਲਾਂ ਹਨ। ਇਸੇ ਕਰਕੇ ਭਗਤ ਕਬੀਰ ਜੀ ਨਾਮ ਜਪਣ ਦੀ ਪ੍ਰੇਰਨਾ ਧਰੂ ਪ੍ਰਹਿਲਾਦ ਤੋਂ ਲੈਣ ਦੀ ਤਾਕੀਦ ਕਰਦੇ ਹਨ, ਭਾਵ ਬਚਪਨ ਤੋਂ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਇਸ ਦਾ ਕਾਰਨ ਇਹ ਵੀ ਹੈ ਕਿ ਬੱਚੇ ਦਾ ਮਨ ਮਾਇਕੀ ਫੁਰਨਿਆਂ ਅਤੇ ਔਗਣਾਂ ਤੋਂ ਮੁਕਤ ਹੁੰਦਾ ਹੈ। ਜਨਮ ਵੇਲੇ ਬੱਚਾ ਨੰਗਾ ਹੀ ਹੁੰਦਾ ਹੈ, ਉਸ ਉੱਤੇ ਕੋਈ ਧਾਰਮਿਕ ਚਿੰਨ੍ਹ ਨਹੀਂ ਹੁੰਦਾ, ਅਤੇ ਮਰਨ ਵੇਲੇ ਵੀ ਜੀਵ ਨਾਲ ਕੋਈ ਧਾਰਮਿਕ ਚਿੰਨ੍ਹ ਨਾਲ ਲੈ ਕੇ ਨਹੀਂ ਜਾਂਦਾ ਜੀਵ। ਇਸ ਲਈ ਸਪਸ਼ਟ ਹੈ ਕਿ ਜਨਮ ਅਤੇ ਮਰਨ ਵੇਲੇ ਕਿਸੇ ਵੀ ਜੀਵ ਦਾ ਅੰਤਰੀਵ ਪ੍ਰੇਮ ਲਿਵ ਰੂਪੀ ਇੱਕੋ ਇੱਕ ਧਰਮ ਤੋਂ ਸਿਵਾਏ ਕੋਈ ਬਾਹਰਲਾ ਧਰਮ ਨਹੀਂ ਹੁੰਦਾ। ਫਿਰ ਦੁਹਰਾ ਦਈਏ ਕਿ ਜਨਮ ਵੇਲੇ ਬੱਚਾ ਨੰਗਾ ਹੀ ਆਉਂਦਾ ਹੈ, ਕੋਈ ਧਾਰਮਿਕ ਚਿੰਨ੍ਹ ਲੈ ਕੇ ਨਹੀਂ ਆਉਂਦਾ, ਤੇ ਮਰਨ ਵੇਲੇ ਵੀ ਨਾਲ ਕੋਈ ਧਾਰਮਿਕ ਚਿੰਨ੍ਹ ਲੈ ਕੇ ਨਹੀਂ ਜਾਂਦਾ। ਇਸ ਲਈ ਸਪਸ਼ਟ ਹੈ ਕਿ ਜਨਮ ਤੇ ਮਰਨ ਵੇਲੇ ਕਿਸੇ ਵੀ ਜੀਵ ਦਾ ਅੰਤਰੀਵ ਪ੍ਰੇਮ ਲਿਵ ਰੂਪੀ ਇੱਕੋ ਇੱਕ ਧਰਮ ਤੋਂ ਸਿਵਾਏ ਕੋਈ ਬਾਹਰਲਾ ਧਰਮ ਨਹੀਂ ਹੁੰਦਾ। ਨਾ ਮਰਜਾਦ ਆਇਆ ਕਲਪੀਤਰ, ਬਹੁੜ ਜਾਸੀ ਨਾਗਾ। ਇਹ ਅਕਾਲ ਪੁਰਖ ਦੀ ਬਖਸ਼ਿਸ਼ ਹੈ ਕਿ ਜਿਤਨੀ ਵਾਰੀ ਵੀ ਜੀਵ ਇਸ ਸੰਸਾਰ ਵਿੱਚ ਆਉਂਦਾ ਹੈ, ਹਰ ਵਾਰ ਅਕਾਲ ਪੁਰਖ ਉਸ ਨੂੰ ਮਾਤਾ ਦੇ ਗਰਭ ਵਿੱਚ ਪ੍ਰੇਮ ਲਿਵ ਜਾਂ ਪ੍ਰੇਮ ਸਵੈਪਨਾ ਦਾ ਤਾਜ਼ਾ ਅਨੁਭਵ ਦੇ ਕੇ ਭੇਜਦਾ ਹੈ, ਤਾਂ ਕਿ ਜੀਵ ਆਪਣੇ ਆਪੇ ਅਤੇ ਸਹੀ ਧਰਮ ਜਾਂ ਮਾਰਗ ਦੀ ਜਾਂ ਪ੍ਰੇਮ ਮਾਰਗ ਦੀ ਪਹਿਚਾਨ ਕਰ ਸਕੇ। ਅੰਤਰ ਆਤਮੇ ਇਹ ਇਲਾਹੀ ਪ੍ਰੀਤ ਡੋਰੀ ਦੀ ਖਿੱਚ ਤੁਰੋਂ ਹੀ ਜੀਵ ਦੀ ਹੋਣ ਦੇ ਨਾਲ ਹੀ ਲਿਖੀ ਹੋਣ ਕਰਕੇ ਇਹ ਅਤ ਸੂਖਮ, ਅਟਲ, ਅਦ੍ਰਿਸ਼ਟ, ਗੁੱਜੀ, ਅਪਹੁੰਚ, ਅਗਮ, ਅਗੋਚਰ, ਗੈਬੀ ਖਿੱਚ ਜੀਵ ਦੇ ਧੁਰ ਅੰਤਰ ਆਤਮੇ ਡੂੰਗੀ ਛੁਪੀ ਤੇ ਦਬੀ ਰਹਿੰਦੀ ਹੈ। ਜਦ ਜੀਵ ਹਉਮੈ ਵਿੱਚ ਵਿਚਰਦਾ ਹੋਇਆ ਆਪੂ ਸਹੇੜੇ ਦੁੱਖਾਂ ਕਲੇਸ਼ਾਂ ਵਿੱਚ ਪਰੇਸ਼ਾਨ ਹੁੰਦਾ ਹੈ, ਤਾਂ ਪਹਿਲਾਂ ਤਾਂ ਆਪਣੀ ਸਿਆਣਪ ਤੇ ਚਤਰਾਈ ਦੁਆਰਾ ਦੁੱਖਾਂ ਤੋਂ ਬਚਣ ਦੀ ਕੋਸ਼ਿਸ਼ ਕਰਦਾ ਹੈ। ਜਦ ਸਫਲ ਨਹੀਂ ਹੁੰਦਾ ਤਾਂ ਆਪਣੇ ਤੋਂ ਤਕੜੇ ਅਫਸਰਾਂ, ਵਜ਼ੀਰਾਂ, ਸੰਬੰਧੀਆਂ ਦੀ ਓਟ ਲੈਂਦਾ ਹੈ। ਪਰ ਜਦ ਕਿਸੇ ਪਾਸਿਓਂ ਵੀ ਉਸ ਨੂੰ ਰਾਹਤ ਨਹੀਂ ਮਿਲਦੀ ਤਾਂ ਉਹ ਕਿਸੇ ਸਾਧ, ਸੰਤ, ਪੀਰ, ਫਕੀਰ, ਦੇਵੀ ਦੇਵਤੇ ਦੇ ਲੜ ਲੱਗਦਾ ਹੈ ਤੇ ਉਹਨਾਂ ਦੀ ਮੰਨਤ ਕਰਦਾ ਹੈ। ਜੇ ਇੱਕ ਸਾਧ ਜਾਂ ਦੇਵਤੇ ਕੋਲੋਂ ਕਾਰਜ ਰਾਸ ਨਾ ਹੋਵੇ ਤਾਂ ਦੂਜੇ ਦੇਵਤੇ ਦੀ ਸ਼ਰਨੀ ਚਾਹੁੰਦਾ ਹੈ। ਇਸ ਤਰ੍ਹਾਂ ਆਪਣੇ ਦੁੱਖਾਂ ਕਲੇਸ਼ਾਂ ਤੋਂ ਬਚਣ ਲਈ ਜਾਂ ਆਪਣੀਆਂ ਵਧਾਈਆਂ ਗਰਜ਼ਾਂ ਦੀ ਪੂਰਤੀ ਲਈ ਜੀਵ ਦਰ ਦਰ ਭਟਕਦਾ ਫਿਰਦਾ ਹੈ, ਪਰ ਫਿਰ ਵੀ ਉਸ ਦੇ ਸਾਰੇ ਦੁੱਖ ਕਲੇਸ਼ ਦੂਰ ਨਹੀਂ ਹੁੰਦੇ ਅਤੇ ਨਾ ਹੀ ਉਸ ਦੀ ਅਥਾਹ ਤ੍ਰਿਸ਼ਨਾ ਦੀ ਅੱਗ ਬੁਝਦੀ ਹੈ। ਇਸ ਤਰ੍ਹਾਂ ਜੀਵ ਦੇ ਅੰਦਰ ਇਹ ਆਪਣੇ ਤੋਂ ਵਧੇਰੇ ਸ਼ਕਤੀਮਾਨ ਹਸਤੀ ਦੀ ਓਟ ਲੈਣ ਦਾ ਖਿਆਲ, ਯਕੀਨ ਜਾਂ ਉਦਮ ਹੀ ਉਸ ਦੇ ਅੰਤਰ ਆਤਮੇ ਧੁਰੋਂ ਨਾਲ ਲਿਖੀ ਪ੍ਰੀਤ ਡੋਰੀ ਦੀ ਦੱਬੀ ਹੋਈ ਗੈਬੀ ਖਿੱਚ ਦਾ ਝਾਂਵਲਾ ਜਿਹਾ ਅਕਸ ਜਾਂ ਪ੍ਰਤੀਬਿੰਬ ਜਾਂ ਪ੍ਰਗਟਾਵਾ ਹੈ। ਇਸੇ ਤਰ੍ਹਾਂ ਮਨੁੱਖ ਦੀ ਅਸੀਮ ਸੋਚਣ ਸ਼ਕਤੀ ਹਮੇਸ਼ਾ ਜੀਵ ਨੂੰ ਕਿਸੇ ਅਨੰਤ ਸ਼ਕਤੀ ਵੱਲ ਖੋਜ ਕਰਨ ਲਈ ਪ੍ਰੇਰਨਾ ਕਰਦੀ ਰਹਿੰਦੀ ਹੈ। ਦੂਜੇ ਲਫ਼ਜ਼ਾਂ ਵਿੱਚ ਇਸ ਗੁੱਜੀ ਅਤ ਸੂਖਮ ਪ੍ਰੀਤ ਡੋਰੀ ਦੀ ਖਿੱਚ ਜਾਂ ਆਕਰਖਣ ਸ਼ਕਤੀ ਦੁਆਰਾ ਕਾਇਨਾਤ ਦਾ ਜ਼ਰਾ ਜ਼ਰਾ ਅਪੋਲ, ਗੁਪਤੀ, ਅਣਜਾਣੇ, ਸਹਿਜ ਸੁਭਾਏ, ਸਦੀਵੀ, ਅਪੁੱਲ, ਅਟਲ, ਅਮਿਟ ਸਹਿਜ ਚਾਲ ਵਿੱਚ ਉਸ ਕੇਂਦਰ ਪਰਮਾਤਮਾ ਵੱਲ ਖਿੱਚੀਂਦਾ ਜਾ ਰਿਹਾ ਹੈ। ਹਾਂਜੀ, ਇਸ ਗੁੱਜੀ ਸੂਖਮ ਪ੍ਰੀਤ ਡੋਰੀ ਦੀ ਖਿੱਚ ਦੁਆਰਾ ਹੀ ਕਾਇਨਾਤ ਦਾ ਜ਼ਰਾ ਜ਼ਰਾ ਆਪਣੇ ਕੇਂਦਰ ਯਾਨੀ ਪਰਮਾਤਮਾ ਵੱਲ ਖਿੱਚੀਂਦਾ ਜਾ ਰਿਹਾ ਹੈ। ਇਸ ਇਲਾਹੀ ਖਿੱਚ ਦੀ ਰਵਾਨਗੀ ਨੂੰ ਹੀ ਨਾਲ ਲਿਖਿਆ
ਇਲਾਹੀ ਧਰਮ ਕਿਹਾ ਜਾਂਦਾ ਹੈ, ਜਿਸ ਦੀ ਬਾਬਤ ਨਾ ਤਾਂ 84 ਲੱਖ ਜੂਨਾਂ ਨੂੰ ਕੋਈ ਪਤਾ ਹੈ, ਕੋਈ ਸੋਝੀ ਹੈ, ਤੇ ਨਾ ਹੀ ਸ਼੍ਰੋਮਣੀ ਇਨਸਾਨ ਦੀ ਜੂਨ ਨੂੰ ਕੋਈ ਸੋਝੀ ਹੈ। ਇਸ ਖਿੱਚ ਨੂੰ ਸਪਸ਼ਟ ਕਰਨ ਲਈ ਇੱਕ ਉਦਾਹਰਣ ਕਿ ਸਮੁੰਦਰ ਦਾ ਪਾਣੀ ਭਾਫ ਬਣ ਕੇ ਆਪਣੇ ਸੋਹਵੇਂ ਸਮੁੰਦਰ ਤੋਂ ਵਿਛੜ ਕੇ ਹੁਕਮ ਅੰਦਰ ਉੱਡਦਾ ਤੇ ਭਾਫ ਤੋਂ ਫਿਰ ਬੱਦਲ, ਮੀਂਹ, ਬਰਫ਼, ਪਾਣੀ ਆਦਿ ਦੀਆਂ ਅਨੇਕਾਂ ਸ਼ਕਲਾਂ ਧਾਰਦਾ ਹੋਇਆ ਕੂਲਾਂ, ਨਾਲਿਆਂ, ਨਦੀਆਂ, ਦਰਿਆਵਾਂ ਵਿੱਚ ਦੀ ਵਹਿੰਦਾ, ਉਚਾਣਾ ਨਿਵਾਣਾ ਟੱਪਦਾ, ਕਿਸੇ ਸਹਿਜ ਚਾਲ ਦੇ ਵੇਗ ਵਿੱਚ ਆਕਰਸ਼ਣ ਸ਼ਕਤੀ ਦੀ ਖਿੱਚ ਨਾਲ ਅਭੋਲ ਤੇ ਆਪ ਮੁਹਾਰੇ ਅਣਜਾਣੇ ਹੀ ਰੁੜਦਾ ਹੋਇਆ ਆਪਣੇ ਸ਼ਵ ਸਾਗਰ ਸਮੁੰਦਰ ਵਿੱਚ ਸਮਾ ਜਾਂਦਾ ਹੈ। ਪਰ ਕਈ ਵਾਰੀ ਇਹ ਪਾਣੀ ਟੋਇਆਂ, ਟੋਬਿਆਂ, ਛੱਪੜਾਂ, ਤਲਾਬਾਂ, ਸਰੋਵਰਾਂ ਵਿੱਚ ਖੜਾ ਹੋ ਕੇ ਗੰਧਲਾ ਵੀ ਹੋ ਜਾਂਦਾ ਹੈ। ਇਸ ਤਰ੍ਹਾਂ ਇਹ ਗੰਦਾ ਪਾਣੀ ਫਿਰ ਗਰਮੀ ਨਾਲ ਭਾਫ ਬਣ ਕੇ ਪਵਿੱਤਰ ਹੋ ਕੇ ਕਈ ਸ਼ਕਲਾਂ ਜਾਂ ਰੂਪ ਧਾਰਦਾ ਹੋਇਆ ਕਿਸੇ ਆਕਰਸ਼ਣ ਸ਼ਕਤੀ ਦੁਆਰਾ ਅੰਤ ਨੂੰ ਆਪਣੇ ਸੋਹਵੇਂ ਸਮੁੰਦਰ ਵਿੱਚ ਜਾ ਸਮਾਉਂਦਾ ਹੈ। ਐਨ ਇਸੇ ਤਰ੍ਹਾਂ ਜੀਵ ਵੀ ਉਸੇ ਇਲਾਹੀ ਆਕਰਸ਼ਣ ਸ਼ਕਤੀ ਦੁਆਰਾ ਅਨੇਕਾਂ ਜੂਨਾਂ ਵਿੱਚ ਵਿਚਰਦਾ ਹੋਇਆ ਇਨਸਾਨੀ ਜੂਨ ਤੱਕ ਪਹੁੰਚਦਾ ਹੈ। ਇਨਸਾਨੀ ਜੂਨ ਵਿੱਚ ਜੀਵ ਮਾਇਆ ਦੇ ਭਰਮ ਭੁਲਾਵੇ ਵਿੱਚ ਗਲਤਾਨ ਹੋ ਕੇ ਵਿਕਾਰਾਂ ਵਿੱਚ ਫਸ ਜਾਂਦਾ ਹੈ ਤੇ ਪ੍ਰਭੂ ਦੀ ਬਖਸ਼ੀ ਹੋਈ ਤੀਖਣ ਬੁੱਧੀ ਦੀ ਗਲਤ ਵਰਤੋਂ ਕਰਦਾ ਹੋਇਆ ਹੋਰ ਵੀ ਭਟਕਦਾ ਰਹਿੰਦਾ ਹੈ ਤੇ ਆਪਣੇ ਸੋਹਵੇਂ ਅਕਾਲ ਪੁਰਖ ਨੂੰ ਭੁੱਲ ਜਾਂਦਾ ਹੈ। ਪਰ ਭੁੱਲੇ ਹੋਏ ਜੀਵਾਂ ਨੂੰ ਮੁੜ ਆਪਣੀ ਮੰਜ਼ਿਲ ਅਕਾਲ ਪੁਰਖ ਵੱਲ ਪ੍ਰੇਰਨ ਲਈ ਸਮੇਂ-ਸਮੇਂ ਸਿਰ ਲੋੜ ਅਨੁਸਾਰ ਪੈਗੰਬਰ, ਗੁਰੂ, ਮਹਾਂਪੁਰਖ, ਸੰਤ, ਭਗਤ ਪਠਾਏ ਗਏ। ਉਹਨਾਂ ਨੇ ਜੀਵ ਦੇ ਅੰਤਰ ਆਤਮੇ ਦੱਬੀ ਹੋਈ ਗੁੱਝੀ ਆਤਮਕ ਖਿੱਚ ਜਾਂ ਇਲਾਹੀ ਧਰਮ ਦੀ ਬਾਬਤ ਗਿਆਨ ਬਖਸ਼ ਕੇ ਭੁੱਲਿਆਂ ਭਟਕਿਆਂ ਨੂੰ ਮੁੜ ਆਪਣੇ ਸੋਹਵੇਂ ਅਕਾਲ ਪੁਰਖ ਵੱਲ ਤੋਰਿਆ। ਜਿਵੇਂ ਪਾਣੀ ਕਈ ਸ਼ਕਲਾਂ ਧਾਰਦਾ ਹੋਇਆ ਆਪਣੇ ਸਮੁੰਦਰ ਸ਼ਵ ਸਾਗਰ ਵੱਲ ਖਿੱਚੀਂਦਾ ਜਾਂਦਾ ਹੈ, ਪਰ ਕਈ ਵਾਰੀ ਪਾਣੀ ਟੋਇਆਂ, ਨਾਲਿਆਂ ਜਾਂ ਸਰੋਵਰਾਂ ਵਿੱਚ ਇਕੱਠਾ ਹੋ ਕੇ ਗੰਧਲਾ ਹੋ ਜਾਂਦਾ ਹੈ। ਪਰ ਇਹ ਗੰਦਾ ਪਾਣੀ ਫਿਰ ਵੀ ਗਰਮੀ ਨਾਲ ਭਾਫ ਬਣ ਕੇ ਪਵਿੱਤਰ ਹੋ ਕੇ ਆਪਣੇ ਸ਼ਵ ਸਾਗਰ ਵਿੱਚ ਕਈ ਰੂਪ ਧਾਰਦਾ ਹੋਇਆ ਸਮਾ ਜਾਂਦਾ ਹੈ। ਇਸੇ ਤਰ੍ਹਾਂ ਇਨਸਾਨੀ ਜੀਵ ਕਈ ਜੂਨਾਂ 'ਚੋਂ ਵਿਚਰਦਾ ਹੋਇਆ ਇਨਸਾਨੀ ਜੂਨ ਤੱਕ ਪਹੁੰਚਦਾ ਹੈ। ਪਰ ਇਨਸਾਨੀ ਜੂਨ ਵਿੱਚ ਆ ਕੇ ਇਹ ਵਿਕਾਰਾਂ ਵਿੱਚ ਫਸ ਜਾਂਦਾ ਹੈ, ਮਾਇਆ ਦੇ ਭਰਮ ਭੁਲਾਵੇ ਵਿੱਚ। ਪਰ ਇਸ ਭੁੱਲੇ ਹੋਏ ਜੀਵ ਨੂੰ ਬਾਹਰ ਕੱਢਣ ਲਈ ਅਕਾਲ ਪੁਰਖ, ਸੰਤ, ਮਹਾਂਪੁਰਖ, ਗੁਰੂਆਂ ਅਵਤਾਰਾਂ ਨੂੰ ਇਸ ਸੰਸਾਰ ਵਿੱਚ ਭੇਜਦਾ ਹੈ। ਇਹ ਮਹਾਂਪੁਰਖ ਕੀ ਕਰਦੇ ਹਨ? ਇਹ ਅੰਤਰ ਆਤਮੇ ਦੱਬੀ ਹੋਈ ਗੁੱਝੀ ਆਤਮਕ ਖਿੱਚ ਜਾਂ ਇਲਾਹੀ ਧਰਮ ਦੀ ਬਾਬਤ ਜੀਵ ਨੂੰ ਗਿਆਨ ਬਖਸ਼ਦੇ ਹਨ, ਤਾਂ ਕਿ ਇਸ ਆਤਮਕ ਖਿੱਚ ਦੁਆਰਾ ਇਹ ਭੁੱਲਿਆ ਭਟਕਿਆ ਜੀਵ ਮੁੜ ਆਪਣੇ ਅਕਾਲ ਪੁਰਖ, ਆਪਣੇ ਸੋਹਵੇਂ ਵੱਲ ਚੱਲ ਸਕੇ। ਸੋ ਇਹ ਅੰਤਰਗਤ ਆਤਮਕ ਧਰਮ ਤਾਂ ਇੱਕੋ ਇੱਕ ਅਟਲ ਹੈ ਕਿ ਉਹ ਪ੍ਰੀਤ ਡੋਰੀ ਦੀ ਇਲਾਹੀ ਖਿੱਚ। ਇਹ ਅੰਤਰਗਤ ਆਤਮਕ ਧਰਮ ਤਾਂ ਇੱਕੋ ਇੱਕ ਅਟਲ ਹੈ, ਆਪੋ ਆਪਣੇ ਸਮੇਂ ਦੀ ਲੋੜ ਅਨੁਸਾਰ ਇਸੇ ਆਤਮਕ ਧਰਮ ਜਾਂ ਇਲਾਹੀ ਖਿੱਚ ਨੂੰ ਹੀ ਕਈਆਂ ਰੂਪਾਂ, ਰੰਗਾਂ, ਰੇਖਾਂ, ਭੇਖਾਂ, ਬੋਲੀਆਂ ਵਿੱਚ ਪ੍ਰਚਾਰਿਆ, ਤਾਂ ਜੋ ਉਸ ਵਕਤ ਦੀ ਜਨਤਾ ਸਹਿਜੇ ਹੀ ਉਹਨਾਂ ਦੇ ਉਪਦੇਸ਼ਾਂ ਨੂੰ ਸਮਝ ਕੇ ਕਮਾ ਸਕੇ। ਇਸ ਤਰ੍ਹਾਂ ਸਮੇਂ-ਸਮੇਂ ਅਨੁਸਾਰ ਕਈ ਦੇਸ਼ਾਂ ਵਿੱਚ ਅਨੇਕਾਂ ਧਰਮ ਜਾਂ ਮਜ਼ਹਬ ਪ੍ਰਚਲਿਤ ਹੋਏ। ਗੌ ਕਰਕੇ ਘੋਖਿਆ ਜਾਏ ਤਾਂ ਪਤਾ ਲੱਗਦਾ ਹੈ ਕਿ ਇਹਨਾਂ ਸਾਰਿਆਂ ਧਰਮਾਂ ਦੀ ਅੰਤਰੀਵ ਭਾਵਨਾ ਜਾਂ ਮੰਤਵ ਦੀ ਤਹਿ ਵਿੱਚ ਇੱਕੋ ਇੱਕ ਗੁੱਝੀ ਇਲਾਹੀ ਪ੍ਰੀਤ ਡੋਰੀ ਹੀ ਛੁਪੀ ਹੁੰਦੀ ਹੈ। ਇਹ ਉਹ ਗੁੱਝੀ ਪ੍ਰੀਤ ਡੋਰੀ ਦੀ ਖਿੱਚ ਹੀ ਅਨੇਕਾਂ ਮਜ਼ਹਬਾਂ ਦੇ ਨਾਵਾਂ ਤੇ ਭੇਖਾਂ ਹੇਠ ਗੈਬੀ ਤੌਰ ਤੇ ਪ੍ਰਵਿਰਤ ਹੋ ਰਹੀ ਹੈ, ਜਿਸ ਦੀ ਸਾਨੂੰ ਕੋਈ ਸੋਝੀ ਨਹੀਂ। ਏਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ, ਲੋਕ 14 ਕੇ ਬਿਖੈ ਜਗ ਜਾਪ ਹੀ ਜੈ ਜਾਪ। ਸਰਬੰਗ ਕਰਮੰ ਸਰਬੰਗ ਧਰਮੰ ਸਰਬੰਗ ਜੁਗਤਾ ਸਰਬੰਗ ਮੁਕਤਾ। 6 ਘਰ 6 ਗੁਰ 6 ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਸੂਰਜ ਏਕੋ
रुत अनेक, नानक करते के केते वेश। को पयो मुंडिया सन्यासी, को जोगी पयो, कोई ब्रह्मचारी कोई जतियन मानबो। हिंदू तुर्क कोई राफजी इमाम साफी, मानस की जात सब एक है पहचान बो। करता करीम सोई राजक रहीम, ओई दूसरो न भेद कोई पूल परम मानबो। एक ही की सेव सभी को गुरुदेव, एक एक ही स्वरूप सब एक है जोत जानबो। देहोरा मसीत सोई पूजा ओ निवाज ओई, मानस सब एक पे अनेक को प्रभाव परमाओ है। देवता अदेव जछ गंधर्व तुर्क हिंदू, न्यारे न्यारे देशन के भेष को प्रभाव है। एक है नैन, एक है कान, एक है देह, एक है बान, खाक बाद आतिश ओ आब को रलाव है। अल्लाह अपेक सोई पुरान ओ कुरान ओई, एक ही स्वरूप सब एक ही बनाव है। इस तरह गुरबाणी में स्पष्ट करके दर्शाया गया है कि बाहरलियां सारियां धर्मां मजहबां दा असली मुढ़ला धर्म तुझा या बीज रूप कर्ण, वो इको एक इलाही हुक्म रूपी आत्मक धर्म ही है, जो सारियां जीवां दे अंतर आत्मे गुज्जे तौर ते तुरों नाल लिखिया ही आउंदा है। हाँ जी, सारियां बाहरलियां मजहबां ते धर्मां दा धर्म तुझा या बीज रूप कर्ण की है, वो इलाही हुक्म आत्मक धर्म वही है जो अंतर आत्मे गुज्जे तौर ते हर एक जीव दे नाल लिखिया होया आउंदा है। दूजे लफ्जां विच भावें असी बाहरों कोई धार्मिक भेख धार लईए, पर हर एक बाहरले धर्म दे तुर अंतर्गत वो इको एक इलाही धर्म दी अत सूखम ते गैबी प्रीत डोरी दी गुज्जी तार रवां है। ये आत्मक प्रीत डोरी दी तार, ये अत सूखम इलाही प्रेम स्वैपना ते अर्शी वलवलियां दी लर्जिश है, जो साड़ी सीमत अते ठुल्ली बुद्धि दी समझ अते पकड़ तो परे है। इन्हां प्रेम स्वैपनावां दियां अर्शी लहरां चरनाटां ते लर्जिशां नूं कोई बख्शिया होया गुरमुख प्यारा ही अनुभव द्वारा बुझ सीज पहचान ते मान सकदा है, अते इस प्रीत डोरी दी सह चाल विच अपने आप नूं सुर करके अपने नाल लिखे इलाही धर्म नूं कमा सकदा है। हाँ जी, ये प्रीत डोरी इलाही हुक्म है कि प्रेम स्वैपना दियां लर्जिश जो अत सूखम हन, बुद्धि दी समझ दी पकड़ तो परे हन। सो कोई विरला गुरमुख प्यारा ही है जो इन्हां प्रेम स्वैपनावां दियां अर्शी लर्जिशां नूं एहसास करदा है, महसूस करके अनुभव करदा है, ते उस अनुसार अपने जीवन नूं सुर करके अपने नाल एक इलाही धर्म नूं कमांदा है। सीमत बुद्धि वालियां ये 84 लख जूना तां अपोल ते अनजाने ही आपो अपने नाल लिखे इलाही धर्म नूं मुकम्मल तौर ते कमा रहीआं हन, पर श्रोमणी इंसानी जून अपनी तीखण बुद्धि दे हुंदे होयां भी अपने इस नाल लिखे इलाही गुप्त धर्म नूं समझण बुझण जानण तो समर्थ है। इसका कारण यह है कि इंसान मोह माया दे भरम भुलावे विच होमे दे अधीन होके अपने केंद्र अकाल पुरख नूं भुल गया है। इस भुल दे कारण इंसान अपने अंदरले हुक्म रूपी धर्म तो अशरदक ते बेमुख हो गया है, ते इलाही हुक्म दी रवानगी तो बेसुरा होके शरदा भावनी दी प्रीत डोरी तो टुट के बाहर मुखी हो गया है। हाँ जी, इलाही हुक्म अंतर आत्मे गुज्जे तौर ते सूक्ष्म रूप विच मौजूद है, पर इंसान इलाही हुक्म दी रवानगी तो बेसुरा होके शरदा भावनी दी प्रीत डोरी तो टुट के ये बाहर मुखी हो गया है। जन्मां जन्मां तो बाहर मुखी ठुल्ली मादी दुनिया विच विचरदियां होयां इंसान दी बुद्धि भी मोटी ते दृष्टमान बिरती वाली हो गई है, जिस दी वजह नाल होर किसे उचेरे सूखम कोमल गुप्त ते अदृष्ट आत्मक ख्याल वलवले भावना शरदा प्रेम स्वैपना मूल जोत स्वरूप हुक्म शब्द नाम इलाही धर्म नूं बुझण सीजण पकड़न विचारण पहुँचण ते
ਅਨੁਭਵ ਕਰਨ ਤੋਂ ਅਸਮਰੱਥ ਹੈ। ਜਦ ਸਾਡਾ ਮਨ ਮੋਹ ਮਾਇਆ ਨਾਲ ਲੱਥ-ਪੱਥ ਹੋ ਕੇ ਕਾਲਾ, ਸਿਆਹ ਜਾਂ ਮਨੂਰ ਹੋ ਜਾਂਦਾ ਹੈ, ਤਾਂ ਅਸੀਂ ਆਪਣੇ ਅੰਤਰ ਆਤਮੇ ਨਾਲ ਲਿਖੇ ਇਲਾਹੀ ਧਰਮ ਤੋਂ ਬਿਲਕੁਲ ਅਣਜਾਣ ਤੇ ਬੇਮੁਖ ਹੋ ਜਾਂਦੇ ਹਾਂ। ਹਾਂਜੀ, ਕਦੋਂ ਨਹੀਂ ਬੁੱਝ ਸਕਦੇ ਆਪਣੇ ਇਲਾਹੀ ਧਰਮ ਹੁਕਮ ਨੂੰ? ਜਦ ਸਾਡਾ ਮਨ ਮੋਹ ਮਾਇਆ ਨਾਲ ਲੱਥ-ਪੱਥ ਹੋ ਕੇ ਕਾਲਾ, ਸਿਆਹ ਜਾਂ ਮਨੂਰ ਹੋ ਜਾਂਦਾ ਹੈ। ਉਸ ਹਾਲਤ ਵਿੱਚ ਅਸੀਂ ਆਪਣੇ ਅੰਤਰ ਆਤਮੇ ਨਾਲ ਲਿਖੇ ਇਲਾਹੀ ਧਰਮ ਤੋਂ ਬਿਲਕੁਲ ਅਣਜਾਣ ਤੇ ਬੇਮੁਖ ਹੋ ਜਾਂਦੇ ਹਾਂ ਤੇ ਦੈਵੀ ਗੁਣਾਂ ਤੋਂ ਵਾਂਝੇ ਹੋ ਕੇ ਮਾਇਕੀ ਔਗਣਾਂ ਦੇ ਅਧੀਨ ਅਨੇਕਾਂ ਭੈੜੇ ਕਰਮ ਤੇ ਪਾਪ ਕਮਾਉਂਦੇ ਅਤੇ ਨਤੀਜੇ ਭੁਗਤਦੇ ਹਾਂ। ਦੂਜੇ ਲਫ਼ਜ਼ਾਂ ਵਿੱਚ ਇਹੋ ਜਿਹੇ ਮਨੂਰ ਮਨ ਉਤੇ ਕਿਸੇ ਬਾਹਰਲੇ ਧਰਮ ਕਰਮ ਦੇ ਪ੍ਰਚਾਰ ਦਾ ਕੋਈ ਅਸਰ ਨਹੀਂ ਹੁੰਦਾ। ਹਾਂਜੀ, ਇਹੋ ਜਿਹੇ ਮਨੂਰ ਮਨ ਉਤੇ ਕਿਸੇ ਬਾਹਰਲੇ ਧਰਮ ਕਰਮ ਦੇ ਪ੍ਰਚਾਰ ਦਾ ਕੋਈ ਅਸਰ ਨਹੀਂ ਹੁੰਦਾ ਅਤੇ ਜੀਵ ਮਨਮੁਖ ਸਾਖਤ ਬਣ ਕੇ ਕਰਮਬੱਧ ਹੋ ਜਾਂਦਾ ਹੈ ਤੇ ਜਮਾਂ ਦੇ ਵਸ ਪੈਂਦਾ ਹੈ। ਫਰੀਦਾ ਕੁਕੇਂਦਿਆਂ ਚਾਂਗੇਂਦਿਆਂ ਮਤੀ ਦੇਂਦਿਆਂ ਨਿਤ, ਜੋ ਸ਼ੈਤਾਨ ਵੰਜਾਇਆ ਸੇ ਕਿਤ ਫੇਰੈ ਚਿਤ। ਮਨਮੁਖ ਲੋਕ ਸਮਝਾਈਏ ਕਦੋਂ ਸਮਝਾਇਆ ਜਾਏ, ਮਨਮੁਖ ਰਲਾਇਆ ਨਾ ਰਲੈ ਪਈਏ ਕਿਰਤ ਫਿਰਾਏ। ਮਨਮੁਖ ਮਨ ਨਾ ਭਿਜਈ ਅਤ ਮੈਲੇ ਚਿਤ ਕਠੋਰ, ਸਪੈ ਦੁੱਧ ਪਿਆਈਐ ਅੰਦਰ ਵਿਸ਼ ਨਿਕੋਰ। कहाँ सुहान को सिमरत सुनाए, कहाँ साकत पे हर गुन गाए। कौआ कहाँ कपूर चराए, कै बिसियर को दूध पियाए। अमृत ले ले नीम संचाई, कहत कबीर उहाँ के सहज न जाई। आखण सुनना पवन की बाणी, ए मन रता माया। ਉੱਪਰਲੀ ਵਿਚਾਰ ਤੋਂ ਸਿੱਧ ਹੋਇਆ ਕਿ ਜਿਉਂ-ਜਿਉਂ ਬਾਹਰਲੀ ਮਾਇਕੀ ਕੁਸੰਗਤ ਨਾਲ ਜੀਵ ਦਾ ਮਨ ਮਲੀਨ ਹੁੰਦਾ ਜਾਂਦਾ ਹੈ, ਤਿਉਂ-ਤਿਉਂ ਵਿਰਸੇ ਵਿੱਚ ਮਿਲੇ ਹੋਏ ਉਸ ਨਾਲ ਲਿਖੇ ਇਲਾਹੀ ਧਰਮ ਅਤੇ ਉਸ ਦੇ ਦੈਵੀ ਗੁਣਾਂ ਤੋਂ ਜੀਵ ਵਾਂਝਾ ਹੁੰਦਾ ਜਾਂਦਾ ਹੈ। ਹਾਂਜੀ, ਇਹ ਇਲਾਹੀ ਧਰਮ ਤਾਂ ਅਸੀਂ ਪਿੱਛੇ ਪੜ੍ਹਿਆ ਜਨਮ ਦੇ ਨਾਲ ਹੀ ਜੀਵ ਦੇ ਅੰਤਰ-ਆਤਮੇ ਮੌਜੂਦ ਹੈ, ਸੋ ਇਹ ਤਾਂ ਸਾਨੂੰ ਵਿਰਸੇ ਵਿੱਚ ਮਿਲਿਆ ਹੋਇਆ ਹੈ। ਪਰ ਜਿਉਂ-ਜਿਉਂ ਬਾਹਰਲੀ ਮਾਇਕੀ ਕੁਸੰਗਤ ਨਾਲ ਜੀਵ ਦਾ ਮਨ ਮੈਲਾ ਹੁੰਦਾ ਜਾਂਦਾ ਹੈ, ਤਿਉਂ-ਤਿਉਂ ਇਹ ਵਿਰਸੇ ਵਿੱਚ ਮਿਲੇ ਹੋਏ ਇਸ ਨਾਲ ਲਿਖੇ ਇਲਾਹੀ ਧਰਮ ਅਤੇ ਉਸ ਦੇ ਦੈਵੀ ਗੁਣਾਂ ਤੋਂ ਜੀਵ ਵਾਂਝਾ ਹੁੰਦਾ ਜਾਂਦਾ ਹੈ ਅਤੇ ਮਾਇਕੀ ਭਰਮ ਭੁਲਾਵੇ ਵਿੱਚ ਉਸ ਦਾ ਅਮੋਲਕ ਜੀਵਨ ਅਜਾਈਂ ਚਲਾ ਜਾਂਦਾ ਹੈ। ਸਗਲ ਜਨਮ ਪਰਮ ਹੀ ਪਰਮ ਖੋਇਓ, ਨੈ ਅਸਥਿਰ ਮਤ ਪਾਈ। ਵਿਖਿਆ ਸਕਤ ਰਿਓ ਨਿਸਬਾਸਰ, ਨੈ ਛੂਟੀ ਅਦਮਾਈ। ਮਾਇਆ ਲਾਗੀ ਪਰਮ ਪੁਲਾਣੀ, ਮਿਲ ਮਾਇਆ ਸੁਰਤ ਗਵਾਈ। ਮਿਲ ਮਾਇਆ ਸੁਰਤ ਗਵਾਈ। ਉੱਪਰਲੀਆਂ ਵਿਚਾਰਾਂ ਨੂੰ ਸਪਸ਼ਟ ਕਰਨ ਲਈ ਕੁਝ ਉਦਾਹਰਨ ਦਿੱਤੇ ਜਾਂਦੇ ਹਨ ਕਿ ਕਿਵੇਂ ਮਲੀਨ ਮਨ ਉਤੇ ਪ੍ਰੀਤ ਡੋਰੀ ਦੇ ਦੈਵੀ ਗੁਣਾਂ ਦਾ ਅਸਰ ਕਿਉਂ ਨਹੀਂ ਆਉਂਦਾ। ਇਸ ਨੂੰ ਸਮਝਣ ਲਈ ਇੱਕ ਉਦਾਹਰਨ, ਜੇਕਰ ਕੁਝ ਸੂਈਆਂ ਫਰਸ਼ 'ਤੇ ਰੱਖੀਆਂ ਜਾਣ ਅਤੇ ਉਹਨਾਂ ਦੇ ਉੱਤੋਂ ਦੀ ਮਿਕਨਾਤੀਸ ਜਾਂ ਮੈਗਨੇਟ ਫੇਰਿਆ ਜਾਵੇ ਤਾਂ ਸੂਈ ਆਕਰਸ਼ਣ ਸ਼ਕਤੀ ਦੁਆਰਾ ਮਿਕਨਾਤੀਸ ਦੇ ਟੁਕੜੇ ਨਾਲ ਕੋਈ ਚਿੰਬੜ ਜਾਵੇਗੀ, ਕੋਈ ਲਮਕ ਪਵੇਗੀ, ਕੋਈ ਸੂਈ ਉਤਾਹਾਂ ਉੱਠ ਕੇ ਫਿਰ ਡਿੱਗ ਪਵੇਗੀ, ਕੋਈ ਉੱਥੇ ਹੀ ਪਈ ਹਿੱਲੇਗੀ, ਕੋਈ ਮਾੜੀ ਮੋਟੀ ਹਰਕਤ ਕਰੇਗੀ ਤੇ ਕੋਈ ਬਿਲਕੁਲ ਨਹੀਂ ਹਿੱਲੇਗੀ। ਸੋ ਹੁਣ ਮਿਕਨਾਤੀਸ ਤਾਂ ਇੱਕੋ ਹੀ ਹੈ ਅਤੇ ਉਸ ਦੀ ਆਕਰਸ਼ਣ ਸ਼ਕਤੀ ਵੀ ਇਕਸਾਰ ਹੈ, ਪਰ ਸੂਈਆਂ ਆਪੋ ਆਪਣੀ ਮੈਲ ਜਾਂ ਜ਼ੰਗ ਅਨੁਸਾਰ ਹੀ ਮਿਕਨਾਤੀਸ ਦੀ ਖਿੱਚ ਖਾਂਦੀਆਂ ਹਨ। ਜਿਹੜੀ ਸੂਈ ਤਾਂ ਜ਼ੰਗ ਨਾਲ ਲੱਥ-ਪੱਥ ਹੋਈ ਹੈ, ਉਸ ਉੱਤੇ ਮਿਕਨਾਤੀਸ ਦੀ ਖਿੱਚ ਦਾ ਕੋਈ ਅਸਰ ਨਹੀਂ ਆਉਂਦਾ। ਬਾਕੀ ਸਾਰੀਆਂ ਸੂਈਆਂ ਆਪੋ ਆਪਣੀ ਗ੍ਰਹਿਣ ਸ਼ਕਤੀ ਅਨੁਸਾਰ ਮਿਕਨਾਤੀਸ ਤੋਂ ਵੱਧ ਜਾਂ ਘੱਟ ਖਿੱਚ ਖਾਂਦੀਆਂ ਹਨ। ਜ਼ੰਗ ਨਾਲ ਮਨੂਰ ਹੋਈ ਸੂਈ ਜ਼ੰਗ ਦਾ ਸਰੂਪ ਹੋਈ ਹੁੰਦੀ ਹੈ ਅਤੇ ਉਸ ਉੱਤੇ ਮਿਕਨਾਤੀਸ ਦੀ ਆਕਰਸ਼ਣ ਸ਼ਕਤੀ ਕੰਮ ਹੀ ਨਹੀਂ ਕਰਦੀ।
ਇਸ ਤਰ੍ਹਾਂ ਮਨੂਰ ਹੋਈ ਸੂਈ ਜ਼ੰਗ ਨਾਲ ਆਪ ਵੀ ਖਾਦੀ ਜਾਂਦੀ ਹੈ ਅਤੇ ਆਪਣੀ ਕੁਸੰਗਤ ਨਾਲ ਹੋਰਨਾਂ ਸੂਈਆਂ ਨੂੰ ਵੀ ਆਪਣੇ ਜ਼ੰਗ ਨਾਲ ਬੇਕਾਰ ਕਰ ਦਿੰਦੀ ਹੈ। ਸੂਈਆਂ ਦਾ ਇਹ ਉਦਾਹਰਣ ਇਨਸਾਨਾਂ ਉੱਤੇ ਵੀ ਹੂ ਬਹੂ ਕੱਢਦਾ ਹੈ ਕਿ ਸਾਡੇ ਮਨ ਉੱਤੇ ਜਿਤਨੀ ਮਾਇਕੀ ਮੈਲ ਦਾ ਜ਼ੰਗ ਚੜ੍ਹਿਆ ਹੁੰਦਾ ਹੈ, ਉਸੇ ਮਿਕਦਾਰ ਅਨੁਸਾਰ ਅਸੀਂ ਅੰਤਰਗਤ ਇਲਾਹੀ ਬਰਕਤਾਂ ਤੇ ਦੈਵੀ ਗੁਣਾਂ ਤੋਂ ਵਾਂਝੇ ਰਹਿੰਦੇ ਹਾਂ। ਜਿਤਨਾ ਜ਼ਿਆਦਾ ਮੈਲ ਉਤਨਾ ਦੈਵੀ ਗੁਣਾਂ ਤੋਂ ਵਾਂਝ। ਮਨ ਮੈਲੇ ਭਗਤ ਨਾ ਹੋਵਈ, ਨਾਮ ਨਾ ਪਾਇਆ ਜਾਏ। ਮੈਲ ਲਾਗੀ ਮਨ ਮੈਲੀਐ, ਕਿੰਨੇ ਅੰਮ੍ਰਿਤ ਪੀਆ। ਜੇਤਾ ਮੋਹ ਪ੍ਰੀਤ ਸਵਾਦ, ਸਭਾ ਕਾਲਖ ਦਾਗਾ ਦਾਗ। ਮਨ ਮੈਲਾ ਹੈ ਦੂਜੇ ਪਾਏ। ਸੋ ਜੀਵ ਆਪਣੀ ਅੰਦਰਲੀ ਗੈਬੀ ਪ੍ਰੇਰਨਾ ਅਨੁਸਾਰ ਕੋਈ ਧਰਮ ਜਾਂ ਮਜ਼ਹਬ ਅਪਣਾਉਂਦਾ ਹੈ, ਪਰ ਉਸ ਨੂੰ ਆਪਣੇ ਧਾਰੇ ਹੋਏ ਧਰਮ ਦੇ ਮੰਤਵ, ਭਾਵਨਾ ਅਤੇ ਮੰਜ਼ਿਲ ਦੀ ਬਾਬਤ ਆਮ ਤੌਰ 'ਤੇ ਬਹੁਤ ਘੱਟ ਅਤੇ ਕਈ ਵਾਰੀ ਤਾਂ ਉੱਕਾ ਹੀ ਕੋਈ ਗਿਆਨ, ਸਮਝ ਜਾਂ ਨਿਸ਼ਚਾ ਨਹੀਂ ਹੁੰਦਾ। ਹਾਂਜੀ, ਆਪਣੀ ਗੈਬੀ ਪ੍ਰੇਰਨਾ ਅਨੁਸਾਰ ਜੀਵ ਧਰਮ ਤਾਂ ਧਾਰ ਲੈਂਦਾ ਹੈ, ਪਰ ਕਿਸ ਲਈ ਧਰਮ ਧਾਰਿਆ, ਕਿਸ ਭਾਵਨਾ ਨਾਲ ਧਾਰਨਾ ਹੈ, ਤੇ ਧਰਮ ਧਾਰ ਕੇ ਪਹੁੰਚਣਾ ਕਿੱਥੇ ਹੈ। ਨਾ ਮੰਤਵ ਦਾ ਪਤਾ, ਨਾ ਭਾਵਨਾ ਦਾ ਪਤਾ, ਨਾ ਮੰਜ਼ਿਲ ਦਾ ਪਤਾ। ਸੋ ਫਿਰ ਦੁਹਰਾ ਦਈਏ ਕਿ ਜੀਵ ਆਪਣੀ ਅੰਦਰਲੀ ਗੈਬੀ ਪ੍ਰੇਰਨਾ ਅਨੁਸਾਰ ਕੋਈ ਧਰਮ ਜਾਂ ਮਜ਼ਹਬ ਅਪਣਾਉਂਦਾ ਹੈ, ਪਰ ਉਸ ਨੂੰ ਆਪਣੇ ਧਾਰੇ ਹੋਏ ਧਰਮ ਦੇ ਮੰਤਵ, ਭਾਵਨਾ ਅਤੇ ਮੰਜ਼ਿਲ ਦੀ ਬਾਬਤ ਆਮ ਤੌਰ 'ਤੇ ਬਹੁਤ ਘੱਟ ਅਤੇ ਕਈ ਵਾਰੀ ਤਾਂ ਉੱਕਾ ਹੀ ਕੋਈ ਗਿਆਨ, ਸਮਝ ਜਾਂ ਨਿਸ਼ਚਾ ਨਹੀਂ ਹੁੰਦਾ। ਜੇ ਹੁੰਦਾ ਵੀ ਹੈ ਤਾਂ ਉਹ ਵੀ ਓਪਰਾ ਜਿਹਾ, ਸੁਣਿਆ ਸੁਣਾਇਆ, ਪੜ੍ਹਿਆ ਪੜ੍ਹਾਇਆ, ਸਮਝਿਆ ਸਮਝਾਇਆ, ਉੱਤੋਂ ਅਧੂਰਾ, ਫੋਕਾ ਅਤੇ ਅਪੂਰਨ ਹੁੰਦਾ ਹੈ, ਜਿਸ ਕਰਕੇ ਉਸਦੇ ਧਾਰਮਿਕ ਖਿਆਲਾਂ, ਨਿਸ਼ਚਿਆਂ, ਕਰਮ ਕਿਰਿਆ ਆਦਿ ਦਾ ਦੂਜਿਆਂ ਨਾਲ ਮਤਭੇਦ, ਵਾਦ ਵਿਵਾਦ ਅਤੇ ਟਕਰਾਵ ਹੁੰਦਾ ਰਹਿੰਦਾ ਹੈ। ਹੋਰ ਜ਼ਰਾ ਡੂੰਘੀ ਨਜ਼ਰ ਨਾਲ ਵੇਖੀਏ ਤਾਂ ਇਸ ਦੇ ਕਈ ਕਾਰਨ ਦ੍ਰਿਸ਼ਟੀਗੋਚਰ ਹੁੰਦੇ ਹਨ। ਹਰ ਇੱਕ ਮਨੁੱਖ ਨੂੰ ਪਿਛਲੇ ਜਨਮ ਤੋਂ ਭਿੰਨ-ਭਿੰਨ ਰੰਗਤ ਵਾਲਾ ਅੰਤਿਸ਼ਕਰਣ ਮਿਲਦਾ ਹੈ, ਜੋ ਕਿ ਜੀਵ ਦੇ ਧਾਰਮਿਕ ਨਿਸ਼ਚਿਆਂ ਦੀ ਬੁਨਿਆਦ ਹੁੰਦਾ ਹੈ। ਇਸ ਪਿਛਲੇ ਬੁਨਿਆਦੀ ਅੰਤਿਕਰਣ ਉੱਤੇ ਪੇਟ ਵਿੱਚ ਮਾਂ ਦੇ ਖਿਆਲਾਂ ਤੇ ਨਿਸ਼ਚਿਆਂ ਦਾ ਅਸਰ ਪੈਂਦਾ ਹੈ, ਘਰ ਦੇ ਮਾਹੌਲ ਦਾ ਅਸਰ ਪੈਂਦਾ ਹੈ, ਫਿਰ ਆਂਢ ਗੁਆਂਢ ਦਾ, ਮਿੱਤਰਾਂ ਤੇ ਹਾਣੀਆਂ ਦੀ ਸੰਗਤ ਦਾ ਵੀ ਅਸਰ ਪੈਂਦਾ ਹੈ। ਹਾਂਜੀ, ਇਸ ਪਿਛਲੇ ਨਾਲ ਲਿਆ ਅੰਤਿਸ਼ਕਰਣ ਉੱਤੇ ਸਕੂਲ ਕਾਲਜ ਦੇ ਮਾਹੌਲ ਦਾ ਵੀ ਅਸਰ ਪੈਂਦਾ, ਸਾਡੀ ਵਿਦਿਆ ਦਾ ਅਸਰ ਪੈਂਦਾ ਹੈ, ਵਿਗਿਆਨ ਦਾ ਵੀ ਅਸਰ ਪੈਂਦਾ ਹੈ, ਸਾਡੀ ਸੱਭਿਅਤਾ ਦਾ ਅਸਰ ਪੈਂਦਾ ਹੈ। ਫਿਰ ਜਿਹੋ ਜਿਹਾ ਧਾਰਮਿਕ ਪ੍ਰਚਾਰ ਹੋ ਰਿਹਾ ਹੁੰਦਾ ਹੈ ਉਸ ਦਾ ਵੀ ਅਸਰ ਪੈਂਦਾ ਹੈ, ਸਮੁੱਚੇ ਬ੍ਰਹਿਮੰਡ ਦੇ ਵਾਤਾਵਰਣ ਦਾ ਵੀ ਅਸਰ ਪੈਂਦਾ ਹੈ, ਆਪਣੇ ਹੀ ਖਿਆਲਾਂ, ਸੋਚਾਂ, ਨਿਸ਼ਚਿਆਂ ਤੇ ਆਪਣੇ ਕਰਮਾਂ ਦਾ ਵੀ ਅਸਰ ਪੈਂਦਾ ਹੈ। ਸੋ ਇਹ ਅਸਰ ਵੀ ਹਰ ਇੱਕ ਜੀਵ ਦੇ ਧਾਰਮਿਕ ਖਿਆਲਾਂ, ਨਿਸ਼ਚਿਆਂ, ਸ਼ਰਧਾ ਭਾਵਨੀ, ਸੇਵਾ ਭਾਵਨੀ, ਪਾਠ ਪੂਜਾ, ਕਰਮ ਕਿਰਿਆ, ਜਪ ਤਪ, ਭਗਤੀ ਤੇ ਦੈਵੀ ਭਾਵਨਾ ਅਨੁਸਾਰ ਅੱਡ-ਅੱਡ ਪ੍ਰਕਾਰ ਦਾ ਹੁੰਦਾ ਹੈ। ਇਹੋ ਕਾਰਨ ਹੈ ਕਿ ਇੱਕੋ ਮਜ਼ਹਬ, ਇੱਕੋ ਗੁਰੂ, ਇੱਕੋ ਬਾਣੀ, ਕਰਮ ਕਿਰਿਆ, ਭੇਖ ਦੇ ਹੁੰਦਿਆਂ ਹੋਇਆਂ ਵੀ ਹਰ ਇੱਕ ਜੀਵ ਦਾ ਧਰਮ ਦੀ ਬਾਬਤ ਖਿਆਲ, ਨਿਸ਼ਚਾ ਤੇ ਸ਼ਰਧਾ ਭਾਵਨੀ ਵੱਖਰੀ ਵੱਖਰੀ ਹੁੰਦੀ ਹੈ। ਮਿਸਾਲ ਦੇ ਤੌਰ 'ਤੇ ਇੱਕੋ ਸਿੱਖ ਘਰਾਣੇ ਵਿੱਚ ਜਨਮ ਲੈ ਕੇ ਇੱਕੋ ਰੱਬ ਨੂੰ ਮੰਨਦੇ ਹਾਂ, ਇੱਕੋ ਗੁਰੂ ਨੂੰ ਮੰਨਦੇ ਹਾਂ, ਇੱਕੋ ਬਾਣੀ ਪੜ੍ਹਦੇ ਹਾਂ, ਇੱਕੋ ਗੁਰਦੁਆਰੇ ਜਾਂਦੇ ਹਾਂ, ਇੱਕੋ ਸੰਗਤ ਕਰਦਿਆਂ ਵੀ ਹਰ ਇੱਕ ਮੈਂਬਰ ਦਾ ਧਰਮ ਦੀ ਬਾਬਤ ਆਪੋ ਆਪਣਾ ਨਿੱਜੀ ਦ੍ਰਿਸ਼ਟੀਕੋਣ ਅਤੇ ਨਿਸ਼ਚਾ ਹੁੰਦਾ ਹੈ। ਕੋਈ ਪ੍ਰਭਾਤੇ ਉੱਠਦਾ ਹੈ, ਕੋਈ ਸਵੇਰੇ ਉੱਠਣਾ ਜ਼ਰੂਰੀ ਨਹੀਂ ਸਮਝਦਾ, ਕੋਈ ਨਿਤਨੇਮ ਪੂਰਾ ਕਰਦਾ ਹੈ, ਕੋਈ ਨਿਤਨੇਮ ਤੋਂ ਇਲਾਵਾ ਹੋਰ ਵੀ ਬਾਣੀਆਂ ਦਾ ਪਾਠ ਕਰਦਾ ਹੈ, ਕੋਈ ਸਿਰਫ ਜਪਜੀ ਸਾਹਿਬ ਦਾ ਪਾਠ ਹੀ ਕਾਫੀ ਸਮਝਦਾ ਹੈ, ਕੋਈ ਬਾਣੀ ਦਾ ਪਾਠ ਕਰਨਾ ਜ਼ਰੂਰੀ ਨਹੀਂ ਸਮਝਦਾ, ਕੋਈ ਬਾਣੀ ਦੇ ਭਾਵ ਅਰਥ ਸਮਝਦਾ ਹੈ, ਕੋਈ ਬਾਣੀ ਦੇ ਅਨੁਭਵੀ ਭਾਵ ਅਰਥ ਖੋਜਦਾ ਹੈ, ਕੋਈ ਸ਼ੁੱਧ ਪੜ੍ਹਨ ਨੂੰ ਹੀ ਅਹਿਮੀਅਤ ਦਿੰਦਾ ਹੈ, ਕੋਈ ਬਾਣੀ ਦਾ ਪਾਠ ਹੀ ਸਿਮਰਨ ਸਮਝੀ ਬੈਠਾ ਹੈ, ਕੋਈ ਸਿਮਰਨ ਨੂੰ ਬੱਕਰੀ ਵਾਂਗੂ ਮੂੰਹ ਮਾਰਨਾ ਹੀ ਸਮਝਦਾ ਹੈ, ਕੋਈ ਗੁਰੂ ਗ੍ਰੰਥ ਸਾਹਿਬ ਜੀ ਦਾ ਘਰ ਵਿੱਚ ਪ੍ਰਕਾਸ਼ ਕਰਕੇ ਵਾਕ ਲੈਣ ਨੂੰ ਹੀ ਪੂਰਨ ਸਿੱਖੀ ਸਮਝੀ ਬੈਠਾ ਹੈ,
ਤੇ ਕੋਈ ਗਿਆਨ ਘੋਟ ਕੇ ਹੀ ਭਲਾ ਭਲੇਰਾ ਬਣ ਬੈਠਦਾ ਹੈ। ਕਿਸੇ ਦਾ ਧਾਰਮਿਕ ਵਾਦ ਵਿਵਾਦ ਹੀ ਸ਼ੁਗਲ ਬਣਿਆ ਹੋਇਆ ਹੈ। ਕੋਈ ਬਾਹਰਲੀ ਸੁੱਚ ਉੱਤੇ ਹੀ ਜ਼ੋਰ ਦਿੰਦਾ ਹੈ। ਉੱਪਰਲੀ ਵਿਚਾਰ ਤੋਂ ਸਿੱਧ ਹੁੰਦਾ ਹੈ ਕਿ ਆਮ ਜਨਤਾ ਵਿੱਚ ਹੀ ਨਹੀਂ, ਸਗੋਂ ਸੱਕੇ ਸੰਬੰਧੀਆਂ ਦੀ ਸੋਚਣੀ, ਧਾਰਮਿਕ ਨਿਸ਼ਚਿਆਂ ਤੇ ਸ਼ਰਧਾ ਭਾਵਨੀ ਆਦਿ ਵਿੱਚ ਵੀ ਬੜਾ ਅੰਤਰ ਹੈ। ਇਹ ਅੰਤਰ ਪਿਛਲੇ ਜਨਮ ਤੋਂ ਪ੍ਰਾਪਤ ਅੰਤਿਸ਼ਕਰਣ, ਇਸ ਜਨਮ ਵਿੱਚ ਵਾਤਾਵਰਣ ਅਤੇ ਸੰਗਤ ਦੀ ਰੰਗਤ ਅਨੁਸਾਰ ਹੁੰਦਾ ਹੈ। ਇਹ ਮਾਇਕੀ ਫੈਲਾਓ ਤੇ ਖਿੰਡਾਓ ਇਨਸਾਨ ਨੂੰ ਇਸ ਦੇ ਮਰਕਜ਼ ਤੋਂ ਹੀ ਨਹੀਂ ਬਲਕਿ ਇੱਕ ਦੂਜੇ ਤੋਂ ਵੀ ਦੂਰ ਲਈ ਜਾਂਦੇ ਹਨ। ਹਾਂਜੀ, ਇਹ ਜਿਹੜਾ ਫੈਲਾਓ ਤੇ ਖਿੰਡਾਓ ਹੈ, ਇਹ ਸਾਨੂੰ ਸਿਰਫ ਪਰਮਾਤਮਾ ਕੋਲੋਂ ਹੀ ਦੂਰ ਨਹੀਂ ਲੈ ਜਾਂਦੇ ਬਲਕਿ ਇੱਕ ਦੂਜੇ ਤੋਂ ਇਨਸਾਨ ਨੂੰ ਇਨਸਾਨ ਨਾਲ ਵੀ ਦੂਰ ਰੱਖਦੇ ਹਨ। ਭਿੰਨਤਾ ਹੋਰ ਵੱਧਦੀ ਜਾਂਦੀ ਹੈ। ਇਹ ਦਵੈਤ, ਦੂਜਾ ਭਾਵ, ਵਖਰੇਵੇਂ, ਭਿੰਨ ਭੇਦ, ਇਹ ਆਪਣਤ, ਇਹ ਖੁਦਗਰਜ਼ੀ, ਇਹ ਮੈਂ ਮੇਰੀ, ਇਹ ਹਉ ਮੈਂ, ਇਹ ਸਭ ਮਾਇਕੀ ਭਰਮ ਭੁਲਾਵੀ ਦੀ ਅਗਿਆਨਤਾ ਵਿੱਚ ਉਪਜਦੇ ਹਨ ਤੇ ਇਨਸਾਨੀ ਸਿਆਣਪ ਤੇ ਚਤਰਾਈ ਨਾਲ ਪਲਦੇ ਹਨ। ਹਾਂਜੀ, ਇਹ ਜਿਤਨੇ ਵੀ ਵਖਰੇਵੇਂ ਵਾਲੇ ਔਗਣ ਹਨ, ਦੂਜਾ ਭਾਵ, ਈਰਖਾ, ਦਵੈਤ, ਭਿੰਨ ਭੇਦ, ਖੁਦਗਰਜ਼ੀ, ਇਹ ਮੈਂ ਮੇਰੀ, ਇਹ ਹਉ ਮੈਂ, ਇਹ ਸਭ ਮਾਇਕੀ ਭਰਮ ਭੁਲਾਵੇ ਦੀ ਅਗਿਆਨਤਾ ਵਿੱਚ ਉਪਜਦੇ ਹਨ। ਤੇ ਪ੍ਰਫੁੱਲਤ ਕਿਵੇਂ ਹੁੰਦੇ ਹਨ, ਪਲਦੇ ਕਿਵੇਂ ਹਨ? ਇਨਸਾਨ ਦੀ ਸਿਆਣਪ ਤੇ ਚਤਰਾਈ ਨਾਲ। ਇਹ ਮਨ ਜਲਿਆ ਦੂਜੈ ਦੋਏ। ਇਸ ਦੂਜੇ ਤੋਂ ਰੱਬੀ ਏਕਤਾ ਵੱਲ ਮੁੜਨ ਲਈ ਇਨਸਾਨ ਨੂੰ ਆਪਣੇ ਮਰਕਜ਼, ਅਸਲੇ ਸੋਮੇ, ਮੂਲ ਏਕ ਓਂਕਾਰ ਵੱਲ ਰੁਖ ਕਰਨਾ ਪਵੇਗਾ। ਸੋ ਮਨ ਦੇ ਖਿਆਲਾਂ, ਸਿਆਣਪਾਂ, ਨਿਸ਼ਚਿਆਂ, ਭਾਵਨਾਵਾਂ, ਰੁਚੀਆਂ ਨੂੰ ਮਾਇਕੀ ਰੰਗਤ ਵਾਲੇ ਦੂਜੇ ਭਾਵ ਤੋਂ ਇਲਾਹੀ ਏਕੇ ਵੱਲ ਪ੍ਰੇਰਨ, ਮੁੜਨ, ਅਭਿਆਸ ਕਰਨ, ਸਿਮਰਨ ਕਰਨ, ਧਿਆਵਣ ਦੀ ਘਾਲਨਾ ਨੂੰ ਹੀ ਧਰਮ ਕਿਹਾ ਜਾਂਦਾ ਹੈ। ਹਾਂਜੀ, ਆਪਣੀ ਸਿਆਣਪਾਂ ਨੂੰ, ਆਪਣੀਆਂ ਨਿਸ਼ਚਿਆਂ ਨੂੰ, ਆਪਣੇ ਭਾਵਨਾਵਾਂ ਨੂੰ, ਰੁਚੀਆਂ ਨੂੰ, ਆਪਣੇ ਖਿਆਲਾਂ ਨੂੰ ਇਸ ਮਾਇਕੀ ਰੰਗਤ ਵਾਲੇ ਜਿਹੜੇ ਇਹ ਫੈਲਾਅ ਵਾਲੇ ਦੂਜੇ ਭਾਵ ਤੋਂ ਮੋੜ ਕੇ ਇੱਕ ਓਂਕਾਰ ਯਾਨੀ ਪਰਮਾਤਮਾ ਵੱਲ ਪ੍ਰੇਰਨ, ਮੋੜਨ, ਅਭਿਆਸ ਕਰਨ, ਸਿਮਰਨ ਕਰਨ, ਧਿਆਵਣ ਦੀ ਕਿਰਿਆ ਨੂੰ ਹੀ ਧਰਮ ਕਿਹਾ ਜਾਂਦਾ ਹੈ। ਯਾਨੀ ਬਾਰਮੁਖੀ ਬਿਰਤੀਆਂ ਦੀਆਂ ਸੂਖਮ ਕਿਰਨਾਂ ਨੂੰ ਅੰਦਰ ਵੱਲ ਮੋੜ ਮੋੜ ਕੇ ਇਕਾਗਰ ਚਿੱਤ ਹੋ ਕੇ ਸਿਮਰਨ ਕਰਨਾ ਤੇ ਅੰਤਰ ਆਤਮੇ ਵਸਦੀ ਉਸ ਜਿਉਂਦੀ ਜਾਗਦੀ ਜੋਤ, ਜੀਵਨ ਰੌਂ, ਪ੍ਰੇਮ ਪ੍ਰਕਾਸ਼, ਸ਼ਬਦ, ਹੁਕਮ, ਨਾਮ ਨੂੰ ਪਰਸਣਾ, ਛੋਣਾ, ਜਗਾਵਣਾ, ਬੁੱਝਣਾ, ਸੀਝਣਾ, ਪਹਿਚਾਨਣਾ ਤੇ ਮਾਨਣਾ ਹੀ ਜਗਿਆਸੂ ਦਾ ਅੰਤਰਮੁਖੀ ਇੱਕੋ ਇੱਕ ਆਤਮਕ ਧਰਮ ਹੈ। ਪਿੱਛੇ ਪੜ੍ਹਿਆ ਕਿ ਵਿਰਸੇ ਵਿੱਚ ਮਿਲਿਆ ਸਾਨੂੰ ਆਤਮਕ ਧਰਮ, ਪ੍ਰੀਤ ਡੋਰੀ ਦੀ ਖਿੱਚ, ਇਲਾਹੀ ਹੁਕਮ, ਕੋਈ ਵੀ ਨਾਂ ਲੈ ਲਓ। ਉਸ ਤੋਂ ਕਿਉਂ ਅਸੀਂ ਵਾਂਝੇ ਹੋਏ ਕਿ ਬਾਰਮੁਖੀ ਹੋ ਗਏ? ਸੋ ਹੁਣ ਕਰਨਾ ਕੀ ਕਿ ਆਪਣੀ ਇਸ ਬਾਰਮੁਖੀ ਸੁਰਤੀਆਂ ਦੀਆਂ ਸੂਖਮ ਕਿਰਨਾਂ ਨੂੰ ਅੰਦਰ ਵੱਲ ਮੋੜ ਮੋੜ ਕੇ ਇਕਾਗਰ ਚਿੱਤ ਹੋ ਕੇ ਸਿਮਰਨ ਕਰਨਾ। ਹਾਂਜੀ, ਇਕਾਗਰ ਚਿੱਤ ਹੋ ਕੇ ਸਿਮਰਨ ਕਰਨਾ ਤੇ ਉਸ ਅੰਤਰ ਆਤਮੇ ਵਸਦੀ ਉਸ ਜਿਉਂਦੀ ਜਾਗਦੀ ਜੋਤ, ਜੀਵਨ ਰੌਂ, ਪ੍ਰੇਮ ਪ੍ਰਕਾਸ਼, ਸ਼ਬਦ, ਹੁਕਮ, ਨਾਮ ਨੂੰ ਪਰਸਣਾ, ਛੋਣਾ, ਜਗਾਵਣਾ, ਬੁੱਝਣਾ, ਸੀਝਣਾ, ਪਹਿਚਾਨਣਾ ਤੇ ਮਾਣਨਾ ਹੀ ਜਗਿਆਸੂ ਦਾ ਅੰਤਰਮੁਖੀ ਇੱਕੋ ਇੱਕ ਆਤਮਕ ਧਰਮ ਹੈ। ਜਦ ਤੱਕ ਇਨਸਾਨ ਇਸ ਨਾਲ ਲਿਖੇ ਆਤਮਕ ਧਰਮ ਅਥਵਾ ਸ਼ਬਦ ਨੂੰ ਨਹੀਂ ਪਛਾਣਦਾ, ਇਲਾਹੀ ਪ੍ਰੀਤ ਡੋਰੀ ਦੀ ਤਾਰ ਵਿੱਚ ਪਰੋਇਆ ਨਹੀਂ ਜਾਂਦਾ, ਇਲਾਹੀ ਹੁਕਮ ਜਾਂ ਜੀਵਨ ਰੌਂ ਵਿੱਚ ਸੁਰ ਨਹੀਂ ਆਉਂਦਾ, ਤਦ ਤਾਈਂ ਇਹ ਦੂਜਾ ਪਾਓ, ਇਹ ਵੱਖਰਾਪਨ, ਇਹ ਭਿੰਨਤਾ, ਇਹ ਮਾਇਕੀ ਭਰਮ ਭੁਲਾਵੇ, ਇਹ ਹਉਮੈ ਅਤੇ ਇਹਨਾਂ ਤੋਂ ਉਪਜੇ ਹੋਏ ਭਿਆਨਕ ਔਗਣਾ, ਈਰਖਾ, ਦਵੈਤ, ਨਫ਼ਰਤ, ਖੁਦਗਰਜ਼ੀ, ਲੜਾਈਆਂ, ਝਗੜੇ, ਜ਼ੁਲਮ ਵਿੱਚ ਹੀ ਗਲਤਾਨ ਹੋ ਕੇ ਦੁਖੀ ਹੁੰਦਾ ਰਹੇਗਾ। ਜਦ ਤੱਕ ਨਹੀਂ ਬੁੱਝਦਾ ਉਸ ਅੰਤਰਾਤਮੇ ਪ੍ਰੀਤ ਡੋਰੀ ਨੂੰ ਫਿਰ ਮਹਿਸੂਸ ਕਰਕੇ ਉਸ ਹੁਕਮ ਨੂੰ ਨਹੀਂ ਬੁੱਝਦਾ, ਤਦ ਤਾਈਂ ਇਹ ਦੂਜਾ ਭਾਵ, ਇਹ ਵੱਖਰਾਪਨ, ਇਹ ਈਰਖਾ, ਦਵੈਤ, ਇਹਨਾਂ ਵਿੱਚ ਜੀਵ ਗਲਤਾਨ ਹੋ ਕੇ ਦੁਖੀ ਹੁੰਦਾ ਰਹੇਗਾ। ਗੁਰਬਾਣੀ ਇਸ ਗੱਲ ਦੀ ਗਵਾਹੀ ਭਰਦੀ ਹੈ। ਜਬ ਲਗ ਹੁਕਮ ਨਾ ਬੂਝਤਾ,
तब ही लव दुखिया, गुर मिल हुक्म पछाणिया तब ही ते सुखिया। जद साडा हथ बिजली ਦੀ ਜਿਉਂਦੀ ਤਾਰ ਨੂੰ ਛੂੰਹਦਾ ਹੈ ਤਾਂ ਸਾਨੂੰ ਝਟਕਾ ਲੱਗਦਾ ਹੈ ਅਤੇ ਸਰੀਰ ਵਿੱਚ ਜ਼ਬਰਦਸਤ ਚਰਨਾਹਟ ਆਉਂਦੀ ਹੈ, ਕਿਉਂਕਿ ਸਰੀਰ ਉਸ ਬਿਜਲੀ ਦੀ ਪ੍ਰਬਲ ਸ਼ਕਤੀ ਨੂੰ ਸਹਾਰ ਨਹੀਂ ਸਕਦਾ ਅਤੇ ਕਈ ਤਰ੍ਹਾਂ ਦੀਆਂ ਅਨੋਖੀਆਂ ਸਰੀਰਕ ਹਰਕਤਾਂ ਕਰਦਾ ਹੈ। ਇਸ ਬਿਜਲੀ ਦੀ ਛੋਹ ਦੀ ਅੰਤਰੀਵ ਚਰਨਾਹਟ ਨੂੰ ਉਹ ਜਾਣ ਬੁੱਝ ਸਕਦਾ ਹੈ ਜਿਸ ਨੂੰ ਬਿਜਲੀ ਦੀ ਛੋਹ ਦਾ ਨਿੱਜੀ ਤਜਰਬਾ ਹੋਇਆ ਹੋਵੇ। ਬਾਕੀ ਤਾਂ ਅਸੀਂ ਅੰਦਾਜ਼ਾ ਜਾਂ ਖਿਆਲੀ ਮਨੋਕਲਪਤ ਗਿਆਨ ਹੀ ਘੋੜਦੇ ਫਿਰਦੇ ਹਾਂ। ਜਿਸ ਲਾਗੀ ਪੀਰ ਪਿਰਮ ਕੀ ਸੋ ਜਾਣੇ ਜਰੀਆ, ਮਨ ਕੀ ਬਿਰਥਾ ਮਨ ਹੀ ਜਾਣੇ ਅਵਰ ਕੇ ਜਾਣੇ ਕੋ ਪੀਰ ਪਰਈਆ। ਐਨ ਇਸੇ ਤਰ੍ਹਾਂ ਸਾਡੇ ਅੰਦਰ ਇਲਾਹੀ ਜੋਤ, ਜੀਵਨ ਰੌਂ, ਸ਼ਬਦ, ਜੋਤ ਪ੍ਰਕਾਸ਼, ਹੁਕਮ ਜਾਂ ਨਾਮ ਰਵ ਰਿਹਾ ਭਰਪੂਰ ਹੈ, ਪਰ ਸਾਨੂੰ ਉਸ ਦੀ ਕੋਈ ਸੋਝੀ ਨਹੀਂ। ਇਸ ਦੀ ਛੋਹ ਦੀ ਨਿੱਜੀ ਤਜਰਬਾ ਤਾਂ ਕੀਤਾ ਰਿਹਾ, ਸੋਝੀ ਵੀ ਨਹੀਂ। ਇਸ ਨੂੰ ਸਿਰਫ ਅੰਤਰ ਆਤਮੇ ਅਨੁਭਵ ਦੁਆਰਾ ਹੀ ਬੁੱਝਿਆ, ਸੀਝਿਆ, ਚੀਨਿਆ, ਪਹਿਚਾਨਿਆ, ਮਾਣਿਆ, ਮੰਨਿਆ ਤੇ ਕਮਾਇਆ ਜਾ ਸਕਦਾ ਹੈ। ਪਰ ਅਸੀਂ ਆਪੋ ਆਪਣੀ ਸੀਮਤ ਬੁੱਧੀ ਅਨੁਸਾਰ ਅਧੂਰੇ ਮਨੋਕਲਪਤ ਨਿਸ਼ਚਿਆਂ ਅਤੇ ਫੋਕੇ ਖੁਸ਼ਕ ਗਿਆਨ ਵਿੱਚ ਹੀ ਸੰਤੁਸ਼ਟ ਹੋ ਕੇ ਭਲੇ ਭਲੇਰੇ ਅਤੇ ਧਾਰਮਿਕ ਪ੍ਰਚਾਰਕ ਬਣੇ ਫਿਰਦੇ ਹਾਂ। ਹਾਂਜੀ, ਉਹ ਤਾਂ ਅੰਤਰਮੁਖੀ ਅਨੁਭਵ ਦੁਆਰਾ ਹੀ ਬੁੱਝਿਆ ਜਾ ਸਕਦਾ ਹੈ, ਇਲਾਹੀ ਹੁਕਮ ਜਾਂ ਸ਼ਬਦ ਜਾਂ ਨਾਮ। ਪਰ ਅਸੀਂ ਆਪੋ ਆਪਣੀ ਸੀਮਤ ਬੁੱਧੀ ਅਨੁਸਾਰ ਇਹ ਅਧੂਰੇ ਮਨੋਕਲਪਤ ਨਿਸ਼ਚਿਆਂ ਤੇ ਫੋਕੇ ਖੁਸ਼ਕ ਗਿਆਨ ਵਿੱਚ ਹੀ ਸੰਤੁਸ਼ਟ ਹੋ ਕੇ ਭਲੇ ਭਲੇਰੇ ਤੇ ਧਾਰਮਿਕ ਪ੍ਰਚਾਰਕ ਬਣੇ ਫਿਰਦੇ ਹਾਂ। ਗਿਆਨ ਧਿਆਨ ਸਭ ਕੋਈ ਰਵੈ, ਬਾਂਧਨ ਬਾਂਧਿਆ ਸਭ ਜਗ ਪਵੈ। ਗਿਆਨ ਗਿਆਨ ਕਥੈ ਸਭ ਕੋਈ, ਕਥ ਕਥ ਬਾਦ ਕਰੇ ਦੁਖ ਹੋਈ। ਕਥਨੀ ਬਦਨੀ ਕਰਤਾ ਫਿਰੈ, ਹੁਕਮੈ ਮੂਲ ਨ ਬੁਝਈ, ਅੰਧਾ ਕਚ ਨਿਕਚ। ਸੋ ਇਹ ਅੰਤਰ ਆਤਮੇ ਆਤਮਕ ਬਿਜਲੀ ਅਥਵਾ ਨਾਮ ਦੀ ਛੋਹ ਜਾਂ ਗੱਜਣ ਦੇ ਨਿੱਜੀ ਤਜਰਬੇ ਦੁਆਰਾ ਪ੍ਰੇਮ ਸਵੈਪਨਾ ਦਾ ਰੰਗ ਰਸ ਚਾਓ ਮਾਣਨਾ ਹੀ ਜਗਿਆਸੂ ਦਾ ਨਿੱਜੀ ਨਾਲ ਲਿਖਿਆ ਹੋਇਆ ਆਤਮਕ ਧਰਮ ਹੈ। ਯਾਨੀ ਉਸ ਇਲਾਹੀ ਪ੍ਰੀਤ ਡੋਰੀ ਦੀ ਸਹਿਜ ਚਾਲ ਅਥਵਾ ਹੁਕਮ ਨੂੰ ਪਹਿਚਾਨਣਾ ਜਾਂ ਅਨੁਭਵ ਕਰਨਾ, ਅਨੁਭਵ ਕਰਕੇ ਉਸ ਵਿੱਚ ਸੁਰ ਹੋਣਾ, ਸੁਰ ਹੋ ਕੇ ਉਸ ਦੇ ਭਾਣੇ ਵਿੱਚ ਚੱਲਣਾ, ਕਮਾਉਣਾ ਹੀ ਇਨਸਾਨ ਦਾ ਇੱਕੋ ਇੱਕ ਅਸਲੀ ਆਤਮਕ ਸਰਬਗ ਇਲਾਹੀ ਧਰਮ ਹੈ। ਹਾਂਜੀ, ਅਸਲੀ ਧਰਮ ਕੀ ਜਿਸ ਦੁਆਰਾ ਪਾਰ ਉਤਾਰਾ ਕਿ ਅੰਤਰ ਆਤਮੇ ਉਸ ਇਲਾਹੀ ਪ੍ਰੀਤ ਡੋਰੀ ਦੀ ਸਹਿਜ ਚਾਲ ਜਾਂ ਉਹ ਹੁਕਮ ਜੋ ਲਿਖਿਆ ਹੋਇਆ ਹੈ ਉਸ ਨੂੰ ਪਹਿਚਾਨਣਾ, ਅਨੁਭਵ ਕਰਨਾ, ਅਨੁਭਵ ਕਰਕੇ ਉਸ ਵਿੱਚ ਸੁਰ ਹੋਣਾ, ਸੁਰ ਹੋ ਕੇ ਉਸ ਦੇ ਭਾਣੇ ਵਿੱਚ ਚੱਲਣਾ, ਉਸ ਅਨੁਸਾਰ ਆਪਣੇ ਜੀਵਨ ਨੂੰ ਢਾਲਣਾ, ਯਾਨੀ ਇਲਾਹੀ ਹੁਕਮ ਨੂੰ ਕਮਾਉਣਾ ਹੀ ਇਨਸਾਨ ਦਾ ਇੱਕੋ ਇੱਕ ਅਸਲੀ ਆਤਮਕ ਸਰਬਗ ਇਲਾਹੀ ਧਰਮ ਹੈ। ਗੁਰਬਾਣੀ ਵਿਚਾਰ ਲੇਖ ਨੰਬਰ 49 ਧਰਮ ਜਾਂ ਮਜ਼ਹਬ ਭਾਗ ਚੌਥਾ।